ਹਉਮੈ ਦੀਰਘ ਰੋਗ ਹੈ। ਮੈਂ ਹਾਂ ਇਹੋ ਹੀ ਰੋਗ ਹੈ ਦੀਰਘ। ਪਰ ਇਸ ਰੋਗ ਨੂੰ ਆਦਮੀ ਛੱਡਣਾ ਨਹੀਂ ਚਾਹੁੰਦਾ ਹੈ। ਇਹਨੂੰ ਰੋਗ ਕਿਹਾ ਹੈ, ਇਹਨੂੰ ਬਿਮਾਰੀ ਕਿਹਾ ਹੈ, ਇਹਨੂੰ ਮੈਲ ਕਿਹਾ ਹੈ, ਹਉ ਨੂੰ ਕੂੜ ਕਿਹਾ ਹੈ, ਅਸੱਤ ਕਿਹਾ ਹੈ, ਝੂਠ ਕਿਹਾ ਹੈ, ਹਨੇਰਾ ਕਿਹਾ ਹੈ, ਸੁਪਨਾ ਕਿਹਾ ਹੈ। ਬਹੁਤ ਢੰਗ ਦੇ ਨਾਲ ਸਮਝਾਇਆ ਹੈ ਵੀ ਇਸ ਬਿਮਾਰੀ ਨੂੰ ਤੁਸੀਂ ਛੱਡ ਸਕਦੇ ਹੋ, ਇਹਦਾ ਇਲਾਜ ਵੀ ਹੈ, ਇਲਾਜ ਵੀ ਦੱਸਦੇ ਹਨ। ਫਿਰ ਵੀ ਆਦਮੀ ਬਿਮਾਰੀ ਨੂੰ ਛੱਡਣਾ ਕਿਉਂ ਨਹੀਂ ਚਾਹੁੰਦਾ ਹੈ? ਹੁਣ ਜਿਹਨੂੰ ਪਤਾ ਲੱਗ ਜਾਵੇ ਇਹ ਬਿਮਾਰੀ ਹੈ, ਉਹ ਕਿਉਂ ਨਹੀਂ ਛੱਡਦਾ ਹੈ? ਮਨੋਵਿਦ ਕਹਿੰਦੇ ਹਨ ਵੀ ਜਿਹੜੀ ਬਿਮਾਰੀ 'ਚ ਆਦਮੀ ਜ਼ਿਆਦਾ ਚਿਰ ਰਹਿ ਜਾਵੇ ਨਾ, ਉਹ ਬਿਮਾਰੀ ਦੇ ਨਾਲ ਵੀ ਮੋਹ ਹੋ ਜਾਂਦਾ ਹੈ। ਬਿਮਾਰੀ ਵੀ ਚੰਗੀ ਲੱਗਣ ਲੱਗ ਜਾਂਦੀ, ਬਿਮਾਰੀ ਦੇ ਨਾਲ ਵੀ ਅਟੈਚਮੈਂਟ ਹੋ ਜਾਂਦੀ ਹੈ, ਜੁੜ ਜਾਂਦਾ। ਇਵੇਂ ਹੀ ਇਸ ਬਿਮਾਰੀ ਦੇ ਨਾਲ ਆਦਮੀ ਜੁੜ ਗਿਆ। ਹੁਣ ਇਸ ਬਿਮਾਰੀ ਤੋਂ ਬਗੈਰ ਆਦਮੀ ਸੋਚ ਵੀ ਨਹੀਂ ਸਕਦਾ ਹੈ। ਤੇ ਬਿਮਾਰੀ 'ਚ ਰਹਿੰਦਿਆਂ ਹੋਏ ਹੀ ਆਦਮੀ ਸੋਚਦਾ ਵੀ ਇਹੋ ਜਿਹੇ ਹੀ ਹਨ, ਇਹੋ ਜਿਹਾ ਜੀਵਨ ਹੈ ਸਾਰਿਆਂ ਦਾ। ਇੱਦਾਂ ਤੁਸੀਂ ਖਿਆਲ ਕਰਦੇ ਹੋ ਨਾ ਕਿ ਇੱਦਾਂ ਹੀ ਮਨ ਦੇ ਤਲ 'ਤੇ ਸਭ ਸੋਚ ਰਹੇ ਹਨ, ਇੱਦਾਂ ਦਾ ਜੀਵਨ ਹੈ। ਬਸ ਤੁਹਾਨੂੰ ਕੋਈ ਜੀਵਨ ਦਾ ਪਤਾ ਹੀ ਨਹੀਂ ਹੈ ਵੀ ਐਸਾ ਜੀਵਨ ਵੀ ਹੈ, ਹੁੰਦਾ ਹੈ, ਕਿਸੇ ਕਿਸੇ ਨੂੰ ਘਟਦਾ ਹੈ, ਜਿਹਦੇ ਵਿੱਚ ਹਉ ਨਹੀਂ ਹੁੰਦੀ। ਪਰ ਜਦੋਂ ਹਉ ਨਹੀਂ ਹੁੰਦੀ ਉਦੋਂ ਉਸ ਜੀਵਨ ਦਾ ਪਤਾ ਵੀ ਨਹੀਂ ਲੱਗਦਾ। ਅੱਜ ਇਹ ਕਮਾਈ ਦਾ ਟੈਲੀਫੋਨ ਆਇਆ, ਕਹਿੰਦੇ 2 ਕੁ ਦਿਨ ਪਹਿਲਾਂ ਮੇਰੀ ਇੱਕ ਐਸੀ ਅਵਸਥਾ ਬਣ ਗਈ ਵੀ ਮੈਨੂੰ ਪਤਾ ਹੀ ਨਾ ਲੱਗਾ 2 ਦਿਨ। ਅਤੇ ਹੁਣ ਜਦੋਂ ਮੈਂ ਸੋਚਦੀ ਹਾਂ ਉਸ ਅਵਸਥਾ ਬਾਰੇ ਵੀ ਇੰਨੀ ਵਧੀਆ ਸੀ, ਇੰਨੀ ਆਨੰਦਮਈ, ਇੰਨੀ ਸੁਖਦਾਈ, ਅਤੇ ਮੈਂ ਚਾਹੁੰਦੀ ਹਾਂ ਉਹ ਫੇਰ ਆਵੇ। ਮੈਂ ਹੁਣ ਕੋਸ਼ਿਸ਼ ਕਰ ਰਹੀ ਹਾਂ, ਉਹ ਆਉਂਦੀ ਨਹੀਂ। ਪਰ ਜਦੋਂ ਆਈ ਸੀ ਉਦੋਂ ਪਤਾ ਨਹੀਂ ਲੱਗਾ। ਉਹ ਕਹਿਣ ਨੂੰ ਵੀ ਅਸਮਰਥ ਹਾਂ ਵੀ ਹੋਇਆ ਕਿ ਕਿਹੋ ਜਿਹੀ ਸੀ, ਕਿਹਾ ਵੀ ਨਹੀਂ ਜਾ ਰਿਹਾ, ਕਿਉਂਕਿ ਉਦੋਂ ਮੈਂ ਨਹੀਂ ਸੀ। ਫਿਰ ਇਸ ਅਵਸਥਾ ਤੋਂ ਪਹਿਲਾਂ ਕਹਿੰਦੀ ਮੈਂ ਬੜੀ ਕੋਸ਼ਿਸ਼ ਕੀਤੀ ਮਨ ਨੂੰ ਟਿਕਾਉਣ ਦੀ, ਪਰ ਜਿੰਨਾ ਮੈਂ ਟਿਕਾਵਾਂ ਓਨੇ ਵਿਚਾਰ ਜ਼ਿਆਦਾ ਆਉਣ, ਜਿੰਨੀ ਕੋਸ਼ਿਸ਼ ਕਰਾਂ ਓਨੀ ਵਿਚਾਰ ਜ਼ਿਆਦਾ ਆਉਣ। ਕਿਉਂਕਿ ਕੋਸ਼ਿਸ਼ ਦੁਆਰਾ ਵੀ ਹਉਂ ਵੱਧਦੀ ਹੈ ਨਾ। ਕੋਸ਼ਿਸ਼ ਤੁਸੀਂ ਕਰੋਗੇ ਨਾ ਤਾਂ ਨਹੀਂ ਬੇਚੈਨੀ ਵਧੀ। ਕਹਿੰਦੀ ਹਾਰ ਕੇ ਮੈਂ ਸਭ ਕੁਝ ਛੱਡ ਦਿੱਤਾ। ਜਦੋਂ ਛੱਡ ਦਿੱਤਾ ਬਿਲਕੁਲ ਇਹ ਵੀ ਹੁਣ ਕੋਸ਼ਿਸ਼ ਵੀ ਨਹੀਂ ਕਰਨੀ, ਅਤੇ ਫਿਰ ਉਹ ਅਵਸਥਾ ਆ ਗਈ। ਕਿਉਂਕਿ ਕੋਸ਼ਿਸ਼ ਕਰਨ ਵਾਲਾ ਚਲੇ ਗਿਆ ਨਾ, ਮੈਂ ਚਲੇ ਗਈ, ਮੈਂ ਗਾਇਬ ਹੋ ਗਈ। ਕੋਸ਼ਿਸ਼ ਕਰਨ ਵਾਲੇ ਵੀ ਮੈਂ ਗਾਇਬ ਹੋ ਗਈ, ਅਤੇ ਬਿਨਾਂ ਕੋਸ਼ਿਸ਼ ਦੇ ਹੋ ਗਏ ਸਭ ਕੁਛ। ਅਤੇ ਉਦੋਂ ਤਾਂ ਪਤਾ ਨਹੀਂ ਲੱਗਾ। ਹੁਣ ਬਾਅਦ ਦੇ ਵਿੱਚ ਉਹਨੂੰ ਚੇਤਾ ਆ ਰਿਹਾ ਹੈ, ਐਸਾ ਸੀ, ਐਸਾ ਸੁਖਦਾਈ, ਇੰਨੀ ਵਧੀਆ, ਜਿਵੇਂ ਕਿਸੇ ਨੇ ਬਚਪਨ ਦੇਖ ਲਿਆ ਹੋਵੇ ਫਿਰ ਤੋਂ। ਅਤੇ ਹੁਣ ਉਹ ਕੋਸ਼ਿਸ਼ ਕਰ ਰਹੀ ਆ, ਹੁਣ ਆਉਣੀ ਨਹੀਂ ਹੈ ਅਵਸਥਾ, ਕਿਉਂਕਿ ਕੋਸ਼ਿਸ਼ ਦੁਆਰਾ ਫਿਰ ਮੈਂ ਆ ਗਈ ਵਿੱਚ। ਪਹਿਲਾਂ ਮੈਂ ਦੀ ਕੋਸ਼ਿਸ਼ ਦੁਆਰਾ ਨਹੀਂ ਸੀ ਆਈ ਅਵਸਥਾ, ਕਿਉਂਕਿ ਹਉਂ ਸੀ। ਦੇਖੋ ਜਦੋਂ ਤੁਸੀਂ ਕੋਸ਼ਿਸ਼ ਕਰਦੇ ਉਦੋਂ ਹਉਂ ਮੌਜੂਦ ਹੁੰਦੀ ਹੈ। ਹੁਣ ਮੇਰੇ ਇਹ ਵੀ ਤੁਸੀਂ ਗੱਲ ਨੂੰ ਸਮਝੋਗੇ ਜਦੋਂ ਮੈਂ ਕਹਿੰਦਾ ਹੁੰਦਾ ਵੀ ਕੁਛ ਨਹੀਂ ਕਰਨਾ ਹੈ। ਕਮ ਸੇ ਕਮ ਜਿਹਨੂੰ ਹੋਇਆ ਹੈ, ਕਈਆਂ ਨੂੰ ਹੁੰਦਾ ਹੈ ਐਸਾ ਅਨੁਭਵ, ਉਹਨਾਂ ਨੂੰ ਤਾਂ ਪਤਾ ਲੱਗ ਹੀ ਜਾਂਦਾ ਹੈ ਨਾ ਵੀ ਕੋਸ਼ਿਸ਼ ਦੁਬਾਰਾ ਨਹੀਂ ਹੁੰਦਾ ਹੈ। ਜਦੋਂ ਉਹ ਕੋਸ਼ਿਸ਼ ਬਿਲਕੁਲ ਨਹੀਂ ਕਰਦੇ ਹਨ,
ਬਿਲਕੁਲ ਛੱਡ ਦਿੰਦੇ ਹਨ। ਨਾ ਬਾਹਰ ਕੋਸ਼ਿਸ਼ ਕਰਦੇ ਹਨ, ਨਾ ਅੰਦਰ ਕੋਸ਼ਿਸ਼ ਕਰਦੇ ਹਨ, ਕਿਉਂਕਿ ਬਾਹਰ ਕੋਸ਼ਿਸ਼ ਕਰਨ ਵਾਲੇ ਵੀ ਮੈਂ ਹੈ ਸੰਸਾਰ ਵਿੱਚ, ਅੰਦਰ ਕੋਸ਼ਿਸ਼ ਕਰਨ ਵਾਲੀ ਵੀ ਮੈਂ। ਤੇ ਜੋ ਅੰਦਰ ਕੋਸ਼ਿਸ਼ ਕਰਨ ਨੂੰ ਹਟ ਗਏ ਤੇ ਆਪਣੇ ਆਪ ਹੀ ਉਹ ਘਟਨਾ ਘਟ ਜਾਂਦੀ। ਨਾ ਬਾਹਰ ਕੋਸ਼ਿਸ਼ ਹੈ, ਨਾ ਅੰਦਰ ਕੋਸ਼ਿਸ਼ ਹੈ, ਫਿਰ ਮੈਂ ਕਿੱਥੇ ਰਹੀ? ਫਿਰ ਜਦੋਂ ਮੈਂ ਨਹੀਂ ਰਹਿ ਜਾਂਦੀ, ਫਿਰ ਪਤਾ ਵੀ ਨਹੀਂ ਲੱਗਦਾ। ਉਸ ਅਵਸਥਾ ਦੇ ਵਿੱਚ ਆਨੰਦ ਬਹੁਤ ਹੈ। ਹੁੰਦਾ ਤੇ ਹੈ ਆਦਮੀ, ਇਹ ਹੈ ਤੇ ਸੀ, ਜੀਵਨ ਤੇ ਜੀਆ ਇਹਨੇ, ਪਰ ਉਦੋਂ ਬਹੁਤੀ ਬੁੱਧੀ ਦੀ ਪਕੜ ਵੀ ਨਹੀਂ ਹੁੰਦੀ ਵੀ ਬਹੁਤੀ ਸਮਝ ਲਈਏ ਵੀ ਕੀ ਹੈ ਕੀ ਨਹੀਂ। ਕਿਉਂਕਿ ਜਿੱਥੇ ਸਮਝਣ ਬੈਠ ਗਏ ਉਦੋਂ ਫਿਰ ਮੈਂ ਆ ਗਈ, ਮੈਂ ਨਹੀਂ ਸਮਝਣਾ ਹੈ ਨਾ। ਤੇ ਹੁਣ ਜਦੋਂ ਉਹ ਅਵਸਥਾ ਚਲੇ ਗਈ, ਚਲੇ ਕਿਉਂ ਗਈ? ਵੀ ਵਿਚਾਰ ਕਰਨਾ ਸ਼ੁਰੂ ਕਰਤਾ, ਸੋਚ ਵਿੱਚ ਪੈ ਗਈ, ਫਿਰ ਉਹ ਕੋਸ਼ਿਸ਼ ਕਰ ਰਹੀ ਆ ਹੁਣ ਫਿਰ ਆਵੇ। ਹੁਣ ਆਉਣੀ ਨਹੀਂ ਹੈ, ਕਿਉਂਕਿ ਕੋਸ਼ਿਸ਼ ਦੁਬਾਰਾ ਆਉਣੀ ਨਹੀਂ, ਮੈਂ ਆ ਗਈ ਵੇ। ਤੇ ਜਦੋਂ ਮੈਂ ਆ ਗਈ, ਮੈਨੇ ਕੋਸ਼ਿਸ਼ ਕੀਤੀ, ਤੇ ਫਿਰ ਮੈਂ ਹੀ ਹੈ ਨਾ। ਤੇ ਮੈਂ ਦੁਆਰਾ ਜੋ ਕੁਛ ਮਿਲੇਗਾ ਉਹ ਤਾਂ ਮਿਲੇਗਾ ਸੰਸਾਰ ਹੀ। ਮੈਂ ਦਾ ਅਰਥ ਹੁੰਦਾ ਹੈ ਝੂਠ। ਝੂਠ ਦੁਆਰਾ ਤੁਸੀਂ ਝੂਠ ਨੂੰ ਹੀ ਪਾ ਸਕਦੇ ਹੋ, ਸੱਤ ਨੂੰ ਥੋੜ੍ਹੀ ਪਾ ਸਕਦੇ ਹੋ। ਮੈਂ ਤੇ ਝੂਠ ਹੈ, ਹਾਂ ਤੁਹਾਡੀ ਝੂਠ ਹੈ, ਤੁਸੀਂ ਹੋ, ਇਹ ਖਿਆਲ ਤੁਹਾਡਾ ਝੂਠਾ ਹੈ, ਇਹ ਖਿਆਲ ਬਣਾਇਆ ਹੈ ਤੁਸੀਂ। ਹੈ ਤੇ ਪਰਮਾਤਮਾ, ਸਭ ਗੋਬਿੰਦ ਹੈ, ਸਭ ਗੋਬਿੰਦ, ਪਰ ਤੁਸੀਂ ਖਿਆਲ ਕਰ ਲਿਆ ਮੈਂ ਹਾਂ। ਉਸ ਖਿਆਲ ਨੂੰ ਤੁਸੀਂ ਬਣਾ ਲਿਆ, ਪੱਕਾ ਕਰ ਲਿਆ, ਮੂਰਤ ਬਣਾ ਲਈ, ਤਸਵੀਰ ਬਣਾ ਲਈ, ਤੋ ਖਿਆਲੀ ਤਸਵੀਰ ਹੈ। ਤੋ ਉਸ ਖਿਆਲੀ ਤਸਵੀਰ ਦੇ ਖਿਆਲ ਵਿੱਚ ਤੁਸੀਂ ਫਿਰ ਦੂਸਰੀਆਂ ਤਸਵੀਰਾਂ ਦੇ ਨਾਲ ਜੁੜਦੇ ਹੋ ਬਾਹਰ। ਇਹਨੂੰ ਹੀ ਕਿਹਾ ਹੈ ਨਾ, ਚਿੱਤਰ ਬਚਿੱਤਰ ਇਹ ਵਜੇਰਾ, ਛਾੜ ਚਿੱਤਰ ਚਿੱਤ ਰਾਖ ਚਤੇਰਾ, ਚਿੱਤਰਾਂ 'ਚ ਹੀ ਫਸ ਜਾਂਦੇ ਹੋ। ਤੋ ਅੰਦਰ ਮੈਂ ਦੇ ਖਿਆਲ ਦੁਆਰਾ ਤੁਸੀਂ ਸੰਸਾਰ ਨੂੰ ਜਦੋਂ ਸੋਚਦੇ ਹੋ, ਸੰਸਾਰ ਝੂਠ ਹੈ, ਅਸੱਤ ਹੈ। ਤੁਸੀਂ ਖਿਆਲ ਦੁਆਰਾ ਆਪਣੇ ਹੋਂਦ ਨੂੰ ਖਿਆਲ ਵਿੱਚ ਰੱਖ ਕੇ ਸੋਚ ਰਹੇ ਹੋ, ਬਾਹਰ ਦੇਖ ਰਹੇ ਹੋ ਬਾਹਰ, ਫਿਰ ਵਾਸਤਵਿਕ ਨਹੀਂ ਦਿਖਦਾ ਹੈ। ਕਿਉਂਕਿ ਮੈਂ ਦੀ ਦੀਵਾਰ ਆ ਗਈ ਵਿੱਚ, ਕੂੜ ਦੀ ਦੀਵਾਰ ਆ ਗਈ। ਮੈਂ ਝੂਠ ਹੈ, ਕੂੜ ਦਾ ਮਤਲਬ ਵੀ ਝੂਠ ਹੈ ਕਿ ਕੂੜ ਹੈ ਟੁੱਟੇ ਪਾਲ, ਇਹ ਮੈਂ ਦੀ ਦੀਵਾਰ ਆ ਗਈ। ਤੁਹਾਡੇ ਤੇ ਸੰਸਾਰ ਦੇ ਵਿੱਚ ਮੈਂ ਦੀ ਦੀਵਾਰ ਆ ਗਈ, ਤੇ ਸੰਸਾਰ ਵੀ ਝੂਠ ਹੋ ਗਿਆ। ਤੇ ਜਿਨ੍ਹਾਂ ਦੀ ਮੈਂ ਦੀ ਦੀਵਾਰ ਨਹੀਂ ਹੁੰਦੀ ਹੈ, ਉਹਨਾਂ ਵਾਸਤੇ ਸੰਸਾਰ ਸੱਚ ਹੋ ਜਾਂਦਾ, ਗੋਬਿੰਦ ਹੋ ਜਾਂਦਾ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਉਹਨਾਂ ਨੂੰ ਸੱਚ ਦਿਖਾਈ ਦਿੰਦਾ ਹੈ, ਸੰਸਾਰ ਦਿਖਾਈ ਨਹੀਂ ਦਿੰਦਾ ਹੈ, ਝੂਠ ਦਿਖਾਈ ਨਹੀਂ ਦਿੰਦਾ ਹੈ, ਫਿਰ ਸੱਚ ਦਿਖਾਈ ਦਿੰਦਾ ਹੈ। ਤੇ ਇਹੋ ਹੀ ਹੈ ਕੂੜ ਦੀ ਪਾਲ, ਝੂਠ ਦੀ ਪਾਲ। ਝੂਠ ਮੈਂ ਹਾਂ, ਤੇ ਹਾਂ ਨੂੰ ਰੋਜ਼ ਰੋਜ਼ ਤੁਸੀਂ ਸੰਭਾਲਦੇ ਹੋ, ਕਾਇਮ ਰੱਖਦੇ ਹੋ। ਝੂਠ ਨੂੰ ਸੰਭਾਲਣਾ ਪੈਂਦਾ ਹੈ, ਸੱਚ ਨੂੰ ਸੰਭਾਲਣ ਦੀ ਲੋੜ ਨਹੀਂ ਹੈ। ਸੱਚ ਤੇ ਸਾਰਿਆਂ ਨੂੰ ਸੰਭਾਲ ਰਿਹਾ ਹੈ, ਝੂਠ ਨੂੰ ਸੰਭਾਲਣ ਦੀ ਲੋੜ ਪੈਂਦੀ। ਤੇ ਜਿਹੜੀ ਝੂਠੀ ਹਾਂ ਹੈ, ਝੂਠੀ ਮੈਂ ਕਹਿ ਲਈ, ਅਹੰ ਭਾਵ, ਤੈਨੂੰ ਅਗਰ ਤੁਸੀਂ ਸਮਰਪਿਤ ਕਰਦੇ ਹੋ, ਸਮਰਪਿਤ ਕਰਦੇ ਹੋ ਝੂਠ ਨੂੰ, ਤੇ ਸੱਚ ਤੁਹਾਨੂੰ ਮਿਲ ਜਾਂਦਾ। ਇੱਕ ਤੇ ਹੈ ਸਮਰਪਣ, ਸਮਰਪਿਤ ਕਰ ਦੇਣੀ ਮੈਂ, ਕੁਰਬਾਨ ਕਰ ਦੇਣਾ, ਆਪਣੇ ਆਪ ਨੂੰ ਨਿਸ਼ਾਵਰ ਕਰ ਦੇਣਾ, ਮਿਟ ਜਾਣ। ਤੇ ਜਦੋਂ ਮਿਟੋਗੇ ਤੁਸੀਂ, ਤਾਂ ਉਦੋਂ ਜਾਣੋਗੇ ਤੁਸੀਂ ਕੌਣ ਹੋ। ਪਹਿਲਾਂ ਜੋ ਤੁਸੀਂ ਸਮਝਦੇ ਰਹੇ ਹੋ ਵੀ ਅਸੀਂ ਆਹ ਹਾਂ, ਅਸੀਂ ਧਾਰਮਿਕ ਹਾਂ, ਅਸੀਂ ਸਮਝਦਾਰ ਹਾਂ, ਅਸੀਂ ਧਾਰਮਿਕ ਲੋਕਾਂ ਦੇ ਬਾਰੇ ਬੜਾ ਸੋਚਦੇ ਹਾਂ। ਤੇ ਧਾਰਮਿਕ
ਖਿਆਲ ਕਰਕੇ ਆਦਮੀ ਧਾਰਮਿਕ ਬਣਿਆ ਹੋਇਆ ਹੈ। ਤੇ ਜਦੋਂ ਮਿਟ ਜਾਂਦਾ ਹੈ ਨਾ, ਉਦੋਂ ਪਤਾ ਲੱਗਦਾ ਹੈ। ਜਿੰਨਾ ਚਿਰ ਖਿਆਲ ਹੈ ਬਾਹਰ, ਧਾਰਮਿਕ ਹੋਣ ਦਾ ਹੀ ਖਿਆਲ ਸੀ। ਫਿਰ ਧਾਰਮਿਕ ਆਦਮੀ ਆਪਣੀ ਹਉਂ ਨੂੰ ਨਹੀਂ ਮਿਟਾਉਂਦਾ ਹੈ, ਮੈਂ ਨੂੰ ਨਹੀਂ ਮਿਟਾਉਂਦਾ ਹੈ। ਅਗਰ ਧਾਰਮਿਕ ਸਥਾਨਾਂ 'ਤੇ ਵੀ ਜਾਂਦਾ ਹੈ, ਤੀਰਥ ਸਥਾਨਾਂ 'ਤੇ ਵੀ ਜਾਂਦਾ ਹੈ, ਉੱਥੇ ਵੀ ਮੈਂ ਹੀ ਕਾਇਮ ਰੱਖਦਾ ਹੈ। ਤੇ ਤੀਰਥ ਸਥਾਨਾਂ 'ਤੇ ਜਾਂਦਾ ਕਿਉਂ ਹੈ? ਹਉਂ ਨੂੰ ਗਵਾਉਣ ਵਾਸਤੇ ਥੋੜ੍ਹੀ ਜਾ ਰਿਹਾ ਹੈ। ਮੈਂ ਨੂੰ ਮਿਟਾਉਣ ਵਾਸਤੇ ਜਾਣ ਦੀ ਲੋੜ ਥੋੜ੍ਹੀ ਹੈ ਕਿਤੇ। ਮੈਂ ਪੈਦਾ ਕਿਵੇਂ ਹੁੰਦੀ ਹੈ, ਇਹ ਜਾਣਨ ਦੀ ਲੋੜ ਹੈ। ਧਾਰਮਿਕ ਲੋਕਾਂ ਦੇ ਵਿੱਚ ਵੀ ਮੈਂ ਓਨੀ। ਉਹ ਤੀਰਥ ਸਥਾਨਾਂ 'ਤੇ ਜਾਣਗੇ, ਯਾਤਰਾ ਕਰਨਗੇ, ਇੰਨੇ ਯਾਤਰਾ ਕਰ ਆਏ, ਅਸੀਂ ਫਲਾਨੀ ਜਗ੍ਹਾ ਯਾਤਰਾ ਕਰ ਆਏ, ਤੋ ਆਪਣੀ ਮੈਂ ਦੀ ਹੀ ਪੁਸ਼ਟੀ ਕਰਦੇ ਰਹਿਣਗੇ। ਆ ਹੁਣ ਤੀਰਥ ਯਾਤਰੀ ਹਜ਼ੂਰ ਸਾਹਿਬ ਵਿਖੇ ਯਾਤਰਾ ਕਰਨ ਗਏ ਤੇ ਰੇਲ ਗੱਡੀਆਂ ਬੱਸਾਂ ਬੰਦ ਹੋ ਗਈਆਂ, ਲਾਕਡਾਊਨ ਹੋ ਗਿਆ, ਉੱਥੇ ਰੁਕ ਗਏ। ਹੁਣ ਉਹ ਆਉਣਾ ਚਾਹੁੰਦੇ ਹਨ, ਕੋਈ ਸਾਧਨ ਨਹੀਂ, ਤੋ ਵਾਰ-ਵਾਰ ਟੈਲੀਫੋਨ ਕਰਦੇ। ਪਹਿਲਾਂ ਉਹਨਾਂ ਨੂੰ ਪੁੱਛੋ ਗਏ ਕਿਉਂ ਹੋ ਤੁਸੀਂ, ਉੱਥੇ ਕੀ ਕਰਨ ਗਏ? ਫਿਰ ਚਲੇ ਗਏ, ਫਿਰ ਹੁਕਮ ਮੰਨੋ, ਠੀਕ ਸਹੀ ਜਗ੍ਹਾ 'ਤੇ ਗਏ ਨਾ। ਇਹੋ ਤੇ ਧਾਰਮਿਕ ਲੋਕ ਕਹਿੰਦੇ ਆ ਗੁਰੂ ਦੇ ਚਰਨਾਂ 'ਚ ਗਏ। ਹੁਣ ਚਲੇ ਗਏ ਤੇ ਹੁਣ ਗੁਰੂ 'ਤੇ ਭਰੋਸਾ ਰੱਖੋ। ਨਾਲੇ ਉਸ ਗੁਰੂ ਨੇ ਦੇਖੋ 8-9 ਮਹੀਨੇ ਲਾਕਡਾਊਨ 'ਚ ਰਹੇ ਹਨ। 4 ਚੁਫੇਰੋਂ ਘੇਰਾ ਪਾਇਆ ਹੋਇਆ ਸੀ, ਕੁਛ ਵੀ ਅੰਦਰ ਨਹੀਂ ਸੀ ਜਾਣ ਦਿੰਦੇ। ਤੇ ਤੁਹਾਨੂੰ ਤਾਂ ਇੱਥੇ ਸਭ ਕੁਛ ਮਿਲ ਰਿਹਾ ਹੈ ਨਾ, ਖਾਣ ਨੂੰ ਪ੍ਰਸ਼ਾਦਾ ਪਾਣੀ, ਰਹਿਣ ਨੂੰ ਵੀ ਮਿਲਿਆ ਹੋਵੇਗਾ, ਪਰ ਮੋਹ ਮਮਤਾ ਪਿੱਛੇ। ਹੁਣ ਸਮਰਪਿਤ ਕਰ ਦਿਓ, ਠੀਕ ਹੈ, ਗੁਰੂ ਦੀ ਕਿਰਪਾ, ਗੁਰੂ ਕੋਲ ਪਹੁੰਚ ਗਏ, ਜੋ ਗੁਰੂ ਦੀ ਮੌਜ ਤੇ ਸਵੀਕਾਰ ਕਰੋ। ਹੁਣ ਸਵੀਕਾਰ ਵੀ ਨਹੀਂ ਹੁੰਦਾ। ਧਾਰਮਿਕ ਲੋਕਾਂ ਕੋਲ ਇੰਨੀ ਵੀ ਹਿੰਮਤ ਨਹੀਂ ਸਵੀਕਾਰ ਕਰ ਲੈਣ। ਹੁਣ ਧਿਆਨ ਇੱਧਰ ਹੈ। ਤੇ ਜਿਹੜਾ ਉਹਨਾਂ ਦੇ ਸਾਥ ਦਿੰਦੇ ਹਨ, ਉਹ ਵੀ ਹੰਕਾਰੀ ਲੋਕ ਹਨ। ਤੇ ਉਹ ਵੀ ਉਹਨਾਂ ਨੂੰ ਇਹ ਨਹੀਂ ਸਮਝਾ ਸਕਦੇ ਵੀ ਠੀਕ ਹੈ, ਵੀ ਗੁਰੂ ਦਾ ਹੁਕਮ ਹੀ ਹੋਵੇਗਾ, ਗੁਰੂ ਭਲਾ ਹੀ ਕਰਨਾ ਚਾਹੁੰਦਾ ਹੋਵੇਗਾ ਤੁਹਾਡਾ। ਤੀਰਥ ਸਥਾਨ 'ਤੇ ਬੈਠੇ ਹੋ ਨਾ, ਬਹਿ ਲਓ, ਹੋਰ ਕੋਈ ਗੱਲ ਨਹੀਂ। ਜੇ ਵਿਗੜ ਹੀ ਜਾਓ, ਕੁਛ ਕੁ ਵਿਗੜ ਜਾਣ ਦਿਓ, ਤਾਂ ਕੀ ਹੈ, ਲੋਕ ਮਰੀ ਜਾ ਰਹੇ ਹਨ, ਇੰਨਾ ਕੁਝ ਹੋ ਰਿਹਾ ਹੈ। ਫਿਰ ਬਹੁਤ ਸਾਰੇ ਲੋਕ ਜਿਹੜੇ ਹਨ ਨਾ ਗਰੀਬ, ਉਹਨਾਂ ਕੋਲ ਖਾਣ ਨੂੰ ਨਹੀਂ ਹੈ, ਰਹਿਣ ਨੂੰ ਨਹੀਂ ਹੈ, ਕਈਆਂ ਕੋਲ ਉਹ ਫਸੇ ਹੋਏ ਹਨ। ਤੇ ਇਹਨਾਂ ਕੋਲ ਤੇ ਰਹਿਣ ਨੂੰ ਖਾਣ ਨੂੰ ਹੈ। ਪਰ ਸਵੀਕਾਰ ਨਹੀਂ ਨਾ ਹੋ ਰਿਹਾ। ਮੈਨੂੰ ਇੱਕ ਵਾਰ ਤਿਹਾੜ ਜੇਲ੍ਹ 'ਚੋਂ ਜਿਹੜੇ ਬੰਦ ਹਨ, ਉਹਨਾਂ ਦਾ ਟੈਲੀਫੋਨ ਆਇਆ। ਬਹੁਤ ਸਮੇਂ ਪਹਿਲਿਆਂ ਦੀ ਗੱਲ ਹੈ ਵੀ ਸਾਡੀ ਸਹਾਇਤਾ ਕਰੋ। ਮੈਂ ਸਹਾਇਤਾ ਕੀ ਕਰਨੀ, ਤੁਸੀਂ ਗੁਰੂ ਨੂੰ ਧੰਨਵਾਦ ਦਿਓ, ਗੁਰੂ ਨੇ ਕਿਰਪਾ ਕੀਤੀ ਹੈ, ਸਾਰੇ ਪਰਿਵਾਰ ਤੋਂ, ਕਾਰੋਬਾਰ ਤੋਂ ਛੁਡਾ ਕੇ ਤੁਹਾਨੂੰ ਬਿਠਾ ਦਿੱਤਾ। ਰੱਬ ਕਰੋ, ਸਮਾਂ ਹੈ, ਅਵਸਰ ਮਿਲ ਗਿਆ ਤੁਹਾਨੂੰ, ਤੁਸੀਂ ਬਾਹਰ ਬੈਠਣਾ ਨਹੀਂ ਸੀ, ਕਿਸੇ ਨਾ ਕਿਸੇ ਚੱਕਰ 'ਚ ਪੈ ਰਹਿੰਦੇ, ਤੇ ਰੱਬ ਨੇ ਭਲਾ ਕੀਤਾ ਤੁਹਾਡਾ। ਖਾਣ ਨੂੰ ਮਿਲਦਾ ਹੈ, ਕਹਿੰਦੇ ਹਾਂ, ਰਹਿਣ ਨੂੰ ਬਹੁਤ ਵਧੀਆ ਮਿਲਿਆ ਹੋਇਆ, ਤੇ ਫਿਰ ਕੀ ਪਰੇਸ਼ਾਨੀ। ਹੁਣ 26 ਸਾਲ ਅਗਲੇ ਭੋਰਿਆ 'ਚ ਬਹਿ ਗਏ, ਤੁਸੀਂ ਇੱਥੇ ਹੀ ਬਹਿ ਲਓ।
ਪਰ ਸਵੀਕਾਰ ਨਹੀਂ ਨਾ ਹੁੰਦਾ ਹੈ। ਅਸੀਂ ਪਾਠ ਕਰਦੇ ਹੁੰਦੇ ਹਾਂ ਜੀ, ਇੰਨਾ ਪਾਠ ਕਰੀ, ਪਾਠ ਜੋ ਕਹਿ ਰਹੇ ਆ ਉਹਨੂੰ ਥੋੜ੍ਹੀ ਸਮਝਦੇ ਤੁਸੀਂ। ਤੇ ਸਵੀਕਾਰ ਭਾਵ ਦੇ ਵਿੱਚ ਹਉਂ ਜਾਂਦੀ ਹੈ, ਅਸਵੀਕਾਰ ਭਾਵ ਦੇ ਵਿੱਚ ਹਉਂ ਵੱਧਦੀ ਹੈ। ਤੇ ਸਵੀਕਾਰ ਭਾਵ ਜੈਸਾ ਹੈ ਵੈਸਾ ਸਵੀਕਾਰ ਕਰ ਲੈਣਾ, ਬਿਲਕੁਲ ਟੋਟਲ। ਫਿਰ ਹਉਂ ਆਪਣੇ ਆਪ ਹੀ ਮਿਟਣੀ ਸ਼ੁਰੂ ਹੋ ਜਾਂਦੀ ਹੈ। ਤੇ ਹਉਂ ਨੂੰ ਕਾਇਮ ਜਦੋਂ ਰੱਖਦਾ ਹੈ ਨਾ ਆਦਮੀ, ਤੇ ਕਾਇਮ ਰੱਖਣ ਵਾਸਤੇ ਫਿਰ ਉਹ ਅਸਵੀਕਾਰ ਕਰਦਾ ਹੈ। ਉਹ ਕਹਿੰਦਾ ਹੈ ਵੀ ਮੈਂ ਜਿੱਦਾਂ ਦਾ ਹਾਂ ਨਾ ਇੱਦਾਂ ਦਾ ਹੀ ਰਹਿਣਾ ਚਾਹੁੰਦਾ ਹਾਂ, ਤੇ ਦੂਸਰਿਆਂ ਨੂੰ ਕਹਿੰਦਾ ਹੈ ਵੀ ਮੈਨੂੰ ਇੱਦਾਂ ਦਾ ਹੀ ਰੱਖੋ। ਤੇ ਉਹ ਅਸਵੀਕਾਰ ਦੇ ਵਿੱਚ ਪੈ ਜਾਂਦਾ ਵੀ ਜ਼ਰੂਰੀ ਹੈ ਉੱਦਾਂ ਦਾ ਹੀ ਰਹਿਣਾ ਹੈ, ਪਰਮਾਤਮਾ ਜਿੱਦਾਂ ਦਾ ਰੱਖੇ। ਹੁਣ ਪਰਮਾਤਮਾ ਜੇ ਕੰਗਾਲ ਕਰਨਾ ਚਾਹਵੇਗਾ ਤੇ ਫਿਰ ਕੀ ਹੈ। ਜੈਸਾ ਹਾਲਤ 'ਚ ਵੀ ਰੱਖਣਾ ਚਾਹਵੇ, ਸੁੱਖ ਦੇ ਤਾਂ ਤੁਝੇ ਰਾਧੋ, ਦੁੱਖ ਵੀ ਤੁਝੇ ਤੇ ਆਈ, ਜੇ ਭੁੱਖ ਦੇ ਤਾਂ ਇਤਿ ਰਾਜਾ, ਦੁੱਖ ਵਿੱਚ ਸੁੱਖ ਮਨਾਏ। ਸਵੀਕਾਰ ਭਾਵ ਇਹੋ ਹੀ ਕਿਹਾ ਹੈ ਨਾ ਬਾਬੇ ਨਾਨਕ ਨੇ ਕਿ ਕੂੜੈ ਟੁੱਟੇ ਪਾਲ, ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਪਰ ਇਹ ਕਠਿਨ ਹੈ। ਅਗਰ ਤੁਸੀਂ ਵਾਸਤਵਿਕ ਗੱਲ ਸਮਝੋ ਨਾ ਤਾਂ ਸਾਰਿਆਂ ਨੂੰ ਸਰਲ ਇਹੀ ਹੈ। ਪਹਿਲਾਂ ਸਮਝੋ ਵੀ ਹਉਂ ਨੂੰ ਪੈਦਾ ਕਿਵੇਂ ਹੋ ਰਹੀ ਹੈ, ਤੇ ਇਹਨੂੰ ਤੁਸੀਂ ਵਧਾਉਂਦੇ ਕਿਵੇਂ ਜੀ, ਇਹ ਕਿਵੇਂ ਵੱਧਦੀ ਹੈ। ਤੇ ਅਗਰ ਤੁਹਾਨੂੰ ਪੂਰਾ ਇਹਦਾ ਪਤਾ ਲੱਗ ਜਾਵੇ ਨਾ ਵੀ ਹਉਂ ਇਸ ਢੰਗ ਨਾਲ ਪੈਦਾ ਹੁੰਦੀ ਹੈ, ਰੋਜ਼ ਪੈਦਾ ਹੁੰਦੀ, ਤੇ ਰੋਜ਼ ਸੰਭਾਲਦੇ ਹੋ, ਵਧਾਉਂਦੇ ਹੋ, ਤੇ ਤੁਹਾਨੂੰ ਪੂਰਾ ਪਤਾ ਲੱਗ ਜੇ, ਹਉਮੈ ਬੂਝੇ ਤਾਂ ਦਰ ਸੂਝੇ, ਫਿਰ ਤੁਹਾਨੂੰ ਦਰਵਾਜ਼ੇ ਦਾ ਪਤਾ ਲੱਗ ਹੀ ਜਾਣਾ।